दिन वेले स्थल पानी नालों ज्यादा गर्म हुंदा है। स्थल दे उपरली हवा गर्म हो के उपर उठदी है। इस दी थां लैण लई समुंदर वल्लों ठंडी हवा स्थल वल वਹਿੰਦੀ है। इस चक्कर नूं पूरा करन लई स्थल वल्लों गरम हवा समुंदर वल वह जांदी है। ਸਮੁੰਦਰ ਵੱਲੋਂ ਆਉਣ ਵਾਲੀ ਹਵਾ ਨੂੰ ਜਲ ਸਮੀਰ ਕਹਿੰਦੇ ਹਨ। ਪਰ ਰਾਤ ਵੇਲੇ ਇਹ ਕਿਰਿਆ ਠੀਕ ਉਲਟ ਹੋ ਜਾਂਦੀ ਹੈ। ਸਮੁੰਦਰ ਦਾ ਪਾਣੀ ਸਥਲ ਨਾਲੋਂ ਹੌਲੀ ਗਤੀ ਨਾਲ ਠੰਡਾ ਹੁੰਦਾ ਹੈ। ਇਸ ਲਈ ਸਥਲ ਵੱਲੋਂ ਠੰਡੀ ਹਵਾ ਸਮੁੰਦਰ ਵੱਲ ਵਹਿੰਦੀ ਹੈ। ਇਹ ਥਲ ਸਮੀਰ ਅਖਵਾਉਂਦੀ ਹੈ। ਆਓ ਬੱਚਿਓ, ਹੁਣ ਜਾਣੀਏ ਕਿ ਜਲ ਚੱਕਰ ਕੀ ਹੁੰਦਾ ਹੈ। ਝੀਲਾਂ, ਨਦੀਆਂ, ਮਹਾਸਾਗਰਾਂ ਆਦਿ ਦਾ ਪਾਣੀ ਸੂਰਜੀ ਪ੍ਰਕਾਸ਼ ਦੀ ਗਰਮੀ ਕਾਰਨ ਵਾਸ਼ਪਾਂ ਵਿੱਚ ਬਦਲ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਵਾਸ਼ਪਨ ਕਿਹਾ ਜਾਂਦਾ ਹੈ। ਪੌਦੇ ਪਾਣੀ ਨੂੰ ਜੜ੍ਹਾਂ ਰਾਹੀਂ ਸੋਖਦੇ ਹਨ। ਇਸ ਸੋਖੇ ਹੋਏ ਪਾਣੀ ਦਾ ਕੁਝ ਹਿੱਸਾ ਪੌਦਿਆਂ ਦੁਆਰਾ ਭੋਜਨ ਬਣਾਉਣ ਲਈ ਵਰਤਿਆ ਜਾਂਦਾ ਹੈ ਅਤੇ ਬਾਕੀ ਬਚਿਆ ਜਾਂ ਵਾਧੂ ਪਾਣੀ ਵਾਯੂਮੰਡਲ ਵਿੱਚ ਛੱਡ ਦਿੱਤਾ ਜਾਂਦਾ ਹੈ। ਇਸ ਵਿਧੀ ਨੂੰ ਵਾਸ਼ਪ ਉਤਸਰਜਨ ਕਹਿੰਦੇ ਹਨ। ਇਹ ਵਾਸ਼ਪ ਹਵਾ ਵਿੱਚ ਉੱਪਰ ਉੱਠਦੇ ਹਨ ਅਤੇ ਉੱਪਰ ਜਾ ਕੇ ਛੋਟੀਆਂ-ਛੋਟੀਆਂ ਪਾਣੀ ਦੀਆਂ ਬੂੰਦਾਂ ਜਾਂ ਜਲ ਕਾਇਕਾਵਾਂ ਵਿੱਚ ਬਦਲ ਜਾਂਦੇ ਹਨ। ਇਹ ਬੂੰਦਾਂ ਆਪਸ ਵਿੱਚ ਜੁੜ ਕੇ ਬੱਦਲ ਬਣਾਉਂਦੀਆਂ ਹਨ। ਇਸ ਪ੍ਰਕਿਰਿਆ ਨੂੰ ਸੰਘਣਨ ਕਿਹਾ ਜਾਂਦਾ ਹੈ। ਜਦੋਂ ਬੱਦਲ ਬਹੁਤ ਭਾਰੇ ਅਤੇ ਸੰਘਣੇ ਹੋ ਜਾਂਦੇ ਹਨ ਤਾਂ ਇਹਨਾਂ ਵਿਚਲੀਆਂ ਪਾਣੀ ਦੀਆਂ ਬੂੰਦਾਂ ਵਰਖਾ, ਬਰਫ਼ ਜਾਂ ਗੜਿਆਂ ਦੇ ਰੂਪ ਵਿੱਚ ਧਰਤੀ ਤੇ ਡਿੱਗ ਪੈਂਦੀਆਂ ਹਨ। ਇਸ ਤਰ੍ਹਾਂ ਬੱਚਿਓ, ਵਾਸ਼ਪਨ ਅਤੇ ਵਾਸ਼ਪ ਉਤਸਰਜਨ ਦੁਆਰਾ ਪਾਣੀ ਹਵਾ ਵਿੱਚ ਚਲਾ ਜਾਂਦਾ ਹੈ, ਬੱਦਲ ਬਣਦੇ ਹਨ ਅਤੇ ਵਰਖਾ, ਗੜੇ ਅਤੇ ਬਰਫ਼ ਦੇ ਰੂਪ ਵਿੱਚ ਪਾਣੀ ਦੁਬਾਰਾ ਧਰਤੀ ਉੱਤੇ ਵਾਪਸ ਆਉਂਦਾ ਹੈ। ਇਸ ਪ੍ਰਕਿਰਿਆ ਨੂੰ ਜਲ ਚੱਕਰ ਕਿਹਾ ਜਾਂਦਾ ਹੈ। ਵਰਖਾ ਦਾ ਪੈਟਰਨ ਪਵਨਾਂ ਦੇ ਪੈਟਰਨ ਤੇ ਨਿਰਭਰ ਕਰਦਾ ਹੈ। ਭਾਰਤ ਦੇ ਬਹੁਤ ਵੱਡੇ ਭੂਮੀ ਭਾਗ ਵਿੱਚ ਵਰਖਾ ਵਧੇਰੇ ਦੱਖਣ ਪੱਛਮ ਜਾਂ ਉੱਤਰ ਪੂਰਬੀ ਮੌਨਸੂਨ ਦੇ ਕਾਰਨ ਹੁੰਦੀ ਹੈ। ਹਜ਼ਾਰਾਂ ਅਤੇ ਲੱਖਾਂ ਵਰ੍ਹਿਆਂ ਦੇ ਲੰਮੇ ਸਮੇਂ ਅੰਤਰਾਲ ਵਿੱਚ ਧਰਤੀ ਦੀ ਸਤ੍ਹਾ ਜਾਂ ਉਸ ਦੇ ਨਾਲ ਮਿਲਣ ਵਾਲੀਆਂ ਚੱਟਾਨਾਂ ਵੱਖ-ਵੱਖ ਕਿਸਮ ਦੀਆਂ ਭੌਤਿਕ, ਰਸਾਇਣਿਕ ਅਤੇ ਕੁਝ ਜੈਵਿਕ ਕਿਰਿਆਵਾਂ ਰਾਹੀਂ ਟੁੱਟ ਜਾਂਦੀਆਂ ਹਨ। ਟੁੱਟਣ ਤੋਂ ਬਾਅਦ ਸਭ ਤੋਂ ਅੰਤ ਵਿੱਚ ਬਚਿਆ ਬਰੀਕ ਕਣ ਮਿੱਟੀ ਹੈ। ਸੂਰਜ, ਜਲ, ਹਵਾ ਅਤੇ ਜੀਵ ਉਹ ਕਾਰਕ ਹਨ ਜਿਨ੍ਹਾਂ ਨਾਲ ਮਿੱਟੀ ਬਣਦੀ ਹੈ। ਚੱਟਾਨ ਦਾ ਹਰ ਭਾਗ ਅਸਮਾਨ ਰੂਪ ਨਾਲ ਫੈਲਦਾ ਅਤੇ ਸੁੰਗੜਦਾ ਹੈ, ਜਿਸ ਕਾਰਨ ਵੱਡੀ ਚੱਟਾਨ ਟੁੱਟ ਕੇ ਛੋਟੇ-ਛੋਟੇ ਟੁਕੜਿਆਂ ਵਿੱਚ ਵੰਡੀ ਜਾਂਦੀ ਹੈ। ਪਾਣੀ ਚੱਟਾਨ ਵਿੱਚ ਜੰਮ ਜਾਂਦਾ ਹੈ, ਜੋ ਇਹ ਤਰੇੜ ਨੂੰ ਹੋਰ ਚੌੜਾ ਕਰ ਦਿੰਦਾ ਹੈ ਅਤੇ ਅੰਤ ਵਿੱਚ ਇਸ ਨੂੰ ਤੋੜ ਦਿੰਦਾ ਹੈ। ਜੀਵ ਜਿਵੇਂ ਕਿ ਲਾਈਕੇਨ ਚੱਟਾਨਾਂ ਦੀ ਸਤ੍ਹਾ ਤੇ ਉੱਗਦੇ ਹਨ। ਵਧਣ ਦੌਰਾਨ ਇਹ ਇੱਕ ਪਦਾਰਥ ਛੱਡਦੇ ਹਨ ਜਿਹੜਾ ਚੱਟਾਨ ਦੀ ਸਤ੍ਹਾ ਨੂੰ ਪਾਊਡਰ ਵਾਂਗ ਕਰ ਦਿੰਦਾ ਹੈ। ਤੇਜ਼ ਗਤੀ ਨਾਲ ਵਗਦਾ ਹੋਇਆ ਪਾਣੀ ਵੱਡੀਆਂ ਚੱਟਾਨਾਂ ਨੂੰ ਛੋਟੇ-ਛੋਟੇ ਕਣਾਂ ਵਿੱਚ ਬਦਲ ਦਿੰਦਾ ਹੈ। ਤੇਜ਼ ਹਵਾ ਛੋਟੇ ਚੱਟਾਨਾਂ ਦੇ ਟੁਕੜਿਆਂ ਅਤੇ ਰੇਤ ਨੂੰ ਵਹਾ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਂਦੀ ਹੈ। ਕਾਰਬਨ ਧਰਤੀ ਤੇ ਬਹੁਤ ਸਾਰੀਆਂ ਹਾਲਤਾਂ ਵਿੱਚ ਮਿਲਦਾ ਹੈ। ਯੌਗਿਕ ਦੇ ਰੂਪ ਵਿੱਚ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਦੇ ਰੂਪ ਵਿੱਚ ਮਿਲਦਾ ਹੈ। ਸਭ ਜੀਵ ਕਾਰਬਨ ਆਧਾਰਿਤ ਅਣੂਆਂ ਜਿਵੇਂ ਪ੍ਰੋਟੀਨ, ਕਾਰਬੋਹਾਈਡਰੇਟਸ, ਚਰਬੀ, ਨਿਊਕਲਿਕ ਐਸਿਡ
ਅਤੇ ਵਿਟਾਮਿਨ ਤੇ ਆਧਾਰਿਤ ਹੁੰਦੇ ਹਨ। ਬੱਚਿਓ, ਤੁਹਾਨੂੰ ਪਤਾ ਹੈ ਕਿ ਕਾਰਬਨ ਦੀ ਮਾਤਰਾ ਜੀਵ ਮੰਡਲ ਵਿੱਚ ਬਰਾਬਰ ਰੱਖਣੀ ਜ਼ਰੂਰੀ ਹੈ। ਇਹ ਕਾਰਬਨ ਚੱਕਰ ਦੁਆਰਾ ਹੀ ਸੰਭਵ ਹੈ। ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਜੋ ਸੂਰਜ ਦੀ ਮੌਜੂਦਗੀ ਵਿੱਚ ਉਹਨਾਂ ਸਾਰਿਆਂ ਪੌਦਿਆਂ ਵਿੱਚ ਹੁੰਦੀ ਹੈ ਜਿਨ੍ਹਾਂ ਵਿੱਚ ਕਲੋਰੋਫਿਲ ਹੁੰਦਾ ਹੈ। ਜੋ ਕਾਰਬੋਹਾਈਡਰੇਟਸ ਜੀਵਿਤ ਪ੍ਰਾਣੀਆਂ ਵਿੱਚ ਬਣਦੇ ਹਨ ਉਸ ਨੂੰ ਤੋੜ ਕੇ ਉਸ ਤੋਂ ਊਰਜਾ ਪ੍ਰਾਪਤ ਕਰਦੇ ਹਨ। ਸਾਹ ਕਿਰਿਆ ਰਾਹੀਂ ਗਲੂਕੋਜ਼ ਨੂੰ ਕਾਰਬਨ ਡਾਈਆਕਸਾਈਡ ਵਿੱਚ ਬਦਲਿਆ ਜਾਂਦਾ ਹੈ। ਅਜੀਵਿਤ ਜੰਤੂ ਅਤੇ ਪੌਦਿਆਂ ਦਾ ਵਿਘਟਨ ਬੈਕਟੀਰੀਆ ਅਤੇ ਫੰਜਾਈ ਕਰਦੇ ਹਨ ਅਤੇ ਕਾਰਬਨ ਡਾਈਆਕਸਾਈਡ ਛੱਡਦੇ ਹਨ। ਅਜੀਵਿਤ ਜੰਤੂ ਅਤੇ ਪੌਦੇ ਪਥਰਾਟ ਬਾਲਣਾ ਵਿੱਚ ਬਦਲ ਜਾਂਦੇ ਹਨ। ਕਾਰਬਨ ਡਾਈਆਕਸਾਈਡ ਵਾਪਸ ਵਾਯੂਮੰਡਲ ਵਿੱਚ ਚਲੀ ਜਾਂਦੀ ਹੈ। ਜਦੋਂ ਬਾਲਣਾ ਦੀ ਵਰਤੋਂ ਭੋਜਨ ਬਣਾਉਣ ਤੇ ਗਰਮ ਕਰਨ, ਆਵਾਜਾਈ ਅਤੇ ਉਦਯੋਗਾਂ ਵਿੱਚ ਹੁੰਦੀ ਹੈ, ਇਸ ਤਰ੍ਹਾਂ ਵੱਖ-ਵੱਖ ਭੌਤਿਕ, ਰਸਾਇਣਿਕ ਅਤੇ ਜੈਵਿਕ ਕਿਰਿਆਵਾਂ ਦੁਆਰਾ ਕਾਰਬਨ ਦਾ ਪੁਨਰ ਚੱਕਰ ਹੁੰਦਾ ਹੈ। ਸਾਡੇ ਵਾਯੂਮੰਡਲ ਦਾ 78% ਭਾਗ ਨਾਈਟ੍ਰੋਜਨ ਗੈਸ ਹੈ। ਇਹ ਗੈਸ ਸਾਡੇ ਜੀਵਨ ਲਈ ਜ਼ਰੂਰੀ ਹੈ। ਬਹੁਤ ਸਾਰੇ ਅਣੂਆਂ ਦਾ ਹਿੱਸਾ ਹੈ, ਜਿਵੇਂ ਪ੍ਰੋਟੀਨ, ਨਿਊਕਲਿਕ ਐਸਿਡ ਅਤੇ ਕੁਝ ਵਿਟਾਮਿਨ। ਇਸ ਲਈ ਨਾਈਟ੍ਰੋਜਨ ਹਰ ਕਿਸਮ ਦੇ ਜੀਵਾਂ ਲਈ ਇੱਕ ਜ਼ਰੂਰੀ ਪੋਸ਼ਕ ਤੱਤ ਹੈ। ਸਾਰੇ ਜੀਵ ਵਾਯੂਮੰਡਲ ਵਿੱਚ ਮੌਜੂਦ ਨਾਈਟ੍ਰੋਜਨ ਦੀ ਸਿੱਧੀ ਵਰਤੋਂ ਨਹੀਂ ਕਰ ਸਕਦੇ, ਇਸ ਲਈ ਇਸ ਦਾ ਸਥਿਰੀਕਰਨ ਹੁੰਦਾ ਹੈ। ਆਮ ਤੌਰ ਤੇ ਨਾਈਟ੍ਰੋਜਨ ਨੂੰ ਸਥਿਰ ਕਰਨ ਵਾਲੇ ਬੈਕਟੀਰੀਆ ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਵਿੱਚ ਇੱਕ ਖਾਸ ਕਿਸਮ ਦੀ ਰਚਨਾ ਵਿੱਚ ਮਿਲਦੇ ਹਨ। ਇਹ ਬੈਕਟੀਰੀਆ ਨਾਈਟ੍ਰੇਟਸ ਅਤੇ ਨਾਈਟ੍ਰਾਈਟਸ ਵਿੱਚ ਬਦਲ ਦਿੰਦੇ ਹਨ। ਬਿਜਲੀ ਚਮਕਣ ਸਮੇਂ ਹਵਾ ਵਿੱਚ ਪੈਦਾ ਹੋਇਆ ਉੱਚਾ ਤਾਪਮਾਨ ਅਤੇ ਦਬਾਅ ਨਾਈਟ੍ਰੋਜਨ ਨੂੰ ਨਾਈਟ੍ਰੋਜਨ ਦੇ ਆਕਸਾਈਡ ਵਿੱਚ ਬਦਲ ਦਿੰਦਾ ਹੈ। ਇਹ ਆਕਸਾਈਡ ਪਾਣੀ ਵਿੱਚ ਘੁਲ ਕੇ ਨਾਈਟ੍ਰਿਕ ਐਸਿਡ ਅਤੇ ਨਾਈਟਰਸ ਐਸਿਡ ਬਣਾਉਂਦੇ ਹਨ। ਅਕਸਰ ਪੌਦੇ ਨਾਈਟ੍ਰੇਟਸ ਅਤੇ ਨਾਈਟ੍ਰਾਈਟਸ ਨੂੰ ਲੈਂਦੇ ਹਨ ਅਤੇ ਉਹਨਾਂ ਨੂੰ ਅਮੀਨੋ ਐਸਿਡ ਵਿੱਚ ਬਦਲ ਦਿੰਦੇ ਹਨ, ਜਿਨ੍ਹਾਂ ਦੀ ਵਰਤੋਂ ਪ੍ਰੋਟੀਨ ਬਣਾਉਣ ਵਿੱਚ ਹੁੰਦੀ ਹੈ। ਜਦੋਂ ਜੰਤੂ ਜਾਂ ਪੌਦੇ ਦੀ ਮੌਤ ਹੋ ਜਾਂਦੀ ਹੈ ਤਾਂ ਮਿੱਟੀ ਵਿੱਚ ਮੌਜੂਦ ਹੋਰ ਬੈਕਟੀਰੀਆ ਵੱਖ-ਵੱਖ ਯੌਗਿਕਾਂ ਵਿੱਚ ਮੌਜੂਦ ਨਾਈਟ੍ਰੋਜਨ ਨੂੰ ਨਾਈਟ੍ਰੇਟਸ ਅਤੇ ਨਾਈਟ੍ਰਾਈਟਸ ਵਿੱਚ ਬਦਲ ਦਿੰਦੇ ਹਨ ਅਤੇ ਹੋਰ ਤਰ੍ਹਾਂ ਦੇ ਬੈਕਟੀਰੀਆ ਇਹਨਾਂ ਨਾਈਟ੍ਰੇਟਸ ਅਤੇ ਨਾਈਟ੍ਰਾਈਟਸ ਨੂੰ ਨਾਈਟ੍ਰੋਜਨ ਤੱਤ ਵਿੱਚ ਬਦਲ ਦਿੰਦੇ ਹਨ, ਜਿਸ ਨੂੰ ਨਾਈਟ੍ਰੀਫਿਕੇਸ਼ਨ ਕਹਿੰਦੇ ਹਨ। ਇਸ ਤਰ੍ਹਾਂ ਕੁਦਰਤ ਵਿੱਚ ਇੱਕ ਨਾਈਟ੍ਰੋਜਨ ਚੱਕਰ ਹੁੰਦਾ ਹੈ, ਜਿਸ ਵਿੱਚ ਨਾਈਟ੍ਰੋਜਨ ਵਾਯੂਮੰਡਲ ਵਿੱਚ ਆਪਣੇ ਮੂਲ ਰੂਪ ਵਿੱਚੋਂ ਲੰਘਦੀ ਹੋਈ ਮਿੱਟੀ ਅਤੇ ਪਾਣੀ ਵਿੱਚ ਸਧਾਰਨ ਪਰਮਾਣੂ ਦੇ ਰੂਪ ਵਿੱਚ ਬਦਲਦੀ ਹੈ ਅਤੇ ਫਿਰ ਸਧਾਰਨ ਪਰਮਾਣੂ ਦੇ ਰੂਪ ਵਿੱਚ ਵਾਯੂਮੰਡਲ ਵਿੱਚ ਵਾਪਸ ਆ ਜਾਂਦੀ ਹੈ। ਆਕਸੀਜਨ ਦੀ ਮਾਤਰਾ ਮੂਲ ਰੂਪ ਵਿੱਚ ਵਾਯੂਮੰਡਲ ਵਿੱਚ ਲਗਭਗ 21% ਹੈ ਅਤੇ ਇਹ ਕਾਰਬੋਹਾਈਡਰੇਟਸ, ਪ੍ਰੋਟੀਨ, ਚਰਬੀ ਅਤੇ ਨਿਊਕਲਿਕ ਐਸਿਡ ਦਾ ਇੱਕ ਜ਼ਰੂਰੀ ਘਟਕ ਹੈ। ਇਹ ਹਵਾ ਵਿੱਚ ਕਾਰਬਨ ਡਾਈਆਕਸਾਈਡ ਯੌਗਿਕ ਦੇ ਰੂਪ ਵਿੱਚ ਮਿਲਦੀ ਹੈ। ਧਰਤੀ ਦੀ ਪੇਪੜੀ ਵਿੱਚ ਇਹ ਧਾਤਾਂ ਅਤੇ ਸਿਲੀਕਾਨ ਦੇ ਆਕਸਾਈਡਾਂ ਦੇ ਰੂਪ ਵਿੱਚ ਮਿਲਦੀ ਹੈ। ਆਓ ਹੁਣ ਆਪਾਂ ਆਕਸੀਜਨ ਚੱਕਰ ਬਾਰੇ ਜਾਣੀਏ। ਪੌਦੇ ਅਤੇ ਜੰਤੂ ਵਾਯੂਮੰਡਲ ਵਿੱਚੋਂ ਆਕਸੀਜਨ ਸਾਹ ਕਿਰਿਆ ਦੌਰਾਨ ਲੈਂਦੇ ਹਨ। ਪਥਰਾਟ ਬਾਲਣਾ ਦੀ ਜਲਣ ਕਿਰਿਆ ਲਈ ਆਕਸੀਜਨ ਦੀ ਵਰਤੋਂ ਹੁੰਦੀ ਹੈ। ਇਹ ਉਹ ਤਰੀਕੇ ਹਨ ਜਿਨ੍ਹਾਂ ਨਾਲ ਆਕਸੀਜਨ ਵਾਯੂਮੰਡਲ ਵਿੱਚੋਂ ਲਈ ਜਾਂਦੀ ਹੈ। ਹੁਣ ਅਸੀਂ ਇਹ ਦੇਖਦੇ ਹਾਂ ਕਿ ਆਕਸੀਜਨ ਵਾਪਸ ਕਿਵੇਂ ਹੁੰਦੀ ਹੈ। ਵਾਯੂਮੰਡਲ ਵਿੱਚ ਆਕਸੀਜਨ ਕੇਵਲ ਇੱਕ ਹੀ ਮੁੱਖ ਪ੍ਰਕਿਰਿਆ, ਜਿਸ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਹਿੰਦੇ ਹਨ, ਦੇ ਰਾਹੀਂ ਵਾਪਸ ਆਉਂਦੀ ਹੈ। ਇਸ ਤਰ੍ਹਾਂ ਨਾਲ ਕੁਦਰਤ ਵਿੱਚ ਆਕਸੀਜਨ ਚੱਕਰ ਦੀ ਰੂਪਰੇਖਾ ਬਣਦੀ ਹੈ, ਜਿਸ ਵਿੱਚ ਜੀਵ ਵਾਯੂਮੰਡਲ ਵਿੱਚੋਂ ਆਕਸੀਜਨ ਲੈਂਦੇ ਹਨ ਅਤੇ ਫਿਰ ਉਸ ਨੂੰ ਵਾਪਸ ਛੱਡਦੇ ਹਨ।